ਕਿੰਚਲੀ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਅਮਰੀਕਨ ਸਕੂਲ ਆਇਲਸ ਐਂਡ ਇਮੀਗ੍ਰੇਸ਼ਨ, ਜੋ ਕਿ ਚੰਨੂਵਾਲਾ ਚੌਂਕ, ਨਿਹਾਲ ਸਿੰਘ ਵਾਲਾ ਰੋਡ, ਬਾਘਾ ਪੁਰਾਣਾ ਵਿਖੇ ਸਥਿਤ ਹੈ। ਇੱਥੇ ਬੱਚਿਆਂ ਨੂੰ ਆਇਲਸ ਤੇ ਪੀਟੀ ਦੀ ਕੋਚਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ ਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੀ ਫੈਸਿਲਿਟੀ ਵੀ ਮੌਜੂਦ ਹੈ। ਇਸ ਇੰਸਟੀਚਿਊਟ ਦੇ MD ਇੰਜੀਨੀਅਰ ਸੁਮਿਲ ਗਰਗ ਜੀ ਬਹੁਤ ਹੀ ਮਿਹਨਤੀ ਇਨਸਾਨ ਨੇ ਤੇ ਹਮੇਸ਼ਾ ਹੀ ਸਟਾਫ ਅਤੇ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦੇ ਨੇ। ਇੱਥੋਂ ਦਾ ਸਟਾਫ ਬਹੁਤ ਹੀ ਤਜਰਬੇਕਾਰ ਤੇ ਮਿਹਨਤੀ ਹੈ। ਸਾਰੀ ਟੀਮ ਨੇ ਇੱਥੇ ਕੋਚਿੰਗ ਲੈ ਰਹੇ ਸਟੂਡੈਂਟਸ ਦੇ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਅਮਰੀਕਨ ਸਕੂਲ ਦੀ ਬੇਹੱਦ ਤਾਰੀਫ ਕੀਤੀ। ਜੇਕਰ ਤੁਸੀਂ ਵੀ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅਮਰੀਕਨ ਸਕੂਲ ਆਇਲਸ ਐਂਡ ਇਮੀਗ੍ਰੇਸ਼ਨ ਬਾਘਾ ਪੁਰਾਣਾ ਜ਼ਰੂਰ ਪਹੁੰਚੋ। ਸਾਰੀ ਟੀਮ ਨੇ ਇਸ ਇੰਸਟੀਚਿਊਟ ਦੇ MD ਸਰ ਇੰਜੀਨੀਅਰ ਸੁਮਿਲ ਗਰਗ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਇੰਸਟੀਚਿਊਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਸੀਂ ਗੱਲ ਕਰ ਰਹੇ ਹਾਂ ਅਮਰੀਕਨ ਸਕੂਲ ਦੇ ਕ੍ਰੀਏਟਰ ਸੁਮਿਲ ਗਰਗ ਜੀ ਦੇ ਨਾਲ, ਜਿਨ੍ਹਾਂ ਨੇ ਇੰਜੀਨੀਅਰਿੰਗ ਤੋਂ ਬਾਅਦ ਦੇ ਵਿੱਚ ਇਹ ਸੋਚਿਆ ਕਿ ਮੈਂ ਇਸ ਏਰੀਆ ਦੇ ਵਿੱਚ ਇੱਕ ਵਧੀਆ ਐਜੂਕੇਸ਼ਨ ਦੇਵਾਂ। ਸੁਮਿਲ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਨਮਸਕਾਰ ਜੀ। ਸੁਮਿਲ ਜੀ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਹੁਣ ਤੁਹਾਡੇ ਟੀਚਰਸ ਦੇ ਨਾਲ ਗੱਲ ਕੀਤੀ, ਸਟੂਡੈਂਟਸ ਨਾਲ ਗੱਲ ਕੀਤੀ, ਥੋੜ੍ਹੇ ਸਮੇਂ ਦੇ ਵਿੱਚ ਹੀ, ਕਿਉਂਕਿ ਬਹੁਤ ਹੀ ਫਰੈਸ਼ਲੀ ਤੁਸੀਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋ, ਪਰ ਥੋੜ੍ਹੇ ਸਮੇਂ 'ਚ ਹੀ ਤੁਸੀਂ ਆਪਣੇ ਟੀਚਰਾਂ ਨੂੰ ਜਿੱਦਾਂ ਕਾਉਂਸਲ ਕਰਕੇ ਔਰ ਇੱਕ ਬੱਚਿਆਂ ਦੇ ਵਿੱਚ ਇੱਕ ਨਵੀਂ ਭਾਵਨਾ ਜਿਹੜੀ ਹੈਗੀ ਆ ਪੈਦਾ ਕੀਤੀ ਹੈਗੀ ਆ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਪੰਜਾਬ ਪਲੱਸ ਟੀ ਟੀਮ ਦਾ ਧੰਨਵਾਦ ਕਰਦੇ ਜਿਹੜੇ ਇੱਥੇ ਆਏ ਅਤੇ ਸਾਡੇ ਨਾਲ ਇਹਨਾਂ ਨੇ ਮੋਟੀਵੇਟ ਕੀਤਾ, ਸਾਨੂੰ ਓਕੇ ਦੱਸਿਆ ਜੀ। ਸਭ ਤੋਂ ਪਹਿਲਾਂ ਮੈਂ ਕਹੂੰਗਾ ਵੀ ਜਿਵੇਂ ਕਿ ਮੈਂ ਪਹਿਲਾਂ ਆਪਣਾ ਪ੍ਰੋਫੈਸ਼ਨ ਹੈ ਜਿਹੜਾ ਇੰਜੀਨੀਅਰਿੰਗ ਤੋਂ ਸਟਾਰਟ ਕੀਤਾ ਸੀਗਾ, ਠੀਕ ਹੈ। ਉਸ ਟਾਈਮ ਮੈਂ ਇੰਜੀਨੀਅਰਿੰਗ ਕੀਤੀ ਸੀ, ਉਸ ਤੋਂ ਬਾਅਦ MBA ਕੀਤੀ। ਫਿਰ ਮੈਂ ਆਪਣੇ ਏਰੀਏ 'ਚ ਆਇਆ ਜਿੱਥੋਂ ਬੈਕਗਰਾਊਂਡ ਤੋਂ ਮੈਂ ਬਿਲੋਂਗ ਕਰਦਾ ਹੈ। ਫਿਰ ਮੈਂ ਉੱਥੇ ਐਨਾਲਾਈਜ਼ ਕੀਤਾ ਵੀ ਇੱਥੇ ਜਿਹੜੇ ਸਾਡੇ ਇੰਸਟੀਚਿਊਟ ਖੁੱਲ੍ਹੇ ਹੋਏ ਨੇ ਆਇਲਸ ਦੇ, ਉਹ ਐਕਚੁਅਲ 'ਚ ਸਹੀ ਸੁਵਿਧਾ ਨਹੀਂ ਪ੍ਰੋਵਾਈਡ ਕਰ ਰਹੇ, ਕਿਉਂਕਿ ਜਿਹੜੇ ਸਾਡੇ ਏਰੀਏ ਦੇ ਬੱਚਿਆਂ ਨੂੰ ਮੋਗਾ, ਫਰੀਦਕੋਟ, ਬਠਿੰਡਾ ਮੂਵ ਹੋਣਾ ਪੈਂਦਾ। ਮੈਂ ਦੇਖਿਆ ਬੱਚੇ ਉੱਥੇ ਜਾ ਕੇ ਇੰਨਾ ਹਾਈ ਰੈਂਟ ਭਰਦੇ ਨੇ ਰਹਿਣ ਦਾ, ਅਤੇ ਫਿਰ ਇੰਨੀ ਹਾਈ ਫੀਸ ਭਰ ਰਹੇ ਨੇ ਉੱਥੇ 11,000 10,000 ਆਇਲਸ ਦੀ ਫੀਸ ਚੱਲ ਰਹੀ ਹੈ, ਉਹ ਭਰ ਰਹੇ ਨੇ ਤਾਂ ਕਿ ਵਧੀਆ ਕੁਆਲਿਟੀ ਐਜੂਕੇਸ਼ਨ ਲੈਣ ਲਈ। ਤਾਂ ਫਿਰ ਜਿਵੇਂ ਕਿ ਮੇਰਾ ਬੈਕਗਰਾਊਂਡ ਇੰਜੀਨੀਅਰਿੰਗ ਤੋਂ ਸੀਗਾ, ਮੈਂ ਟੈਕਨੀਕਲੀ ਉਹਨੂੰ ਥਿੰਕ ਕੀਤਾ ਅਤੇ ਮੈਂ ਸੋਚਿਆ ਵੀ ਇਹੀ ਆਪਾਂ ਜੀ ਐਜੂਕੇਸ਼ਨ ਉਹਨਾਂ ਨੂੰ ਜਿਹੜੀ ਉੱਥੇ ਬਠਿੰਡਾ 'ਚ ਸਾਡਾ ਇੱਕ ਸੈਂਟਰ ਚੱਲ ਰਿਹਾ ਜਿਹੜਾ ਵਧੀਆ ਐਜੂਕੇਸ਼ਨ ਦੇ ਰਿਹਾ ਹੈ, ਸੇਮ ਮਟੀਰੀਅਲ ਅਸੀਂ ਇੱਥੇ ਪ੍ਰੋਵਾਈਡ ਕਰ ਰਹੇ ਹਾਂ ਅਮਰੀਕਨ ਸਕੂਲ ਬਾਘਾ ਪੁਰਾਣਾ ਦੇ ਵਿੱਚ। ਉਹਨਾਂ ਨੂੰ ਕੰਪਰੀਹੈਂਸਿਵ ਮਟੀਰੀਅਲ ਹੈ ਜਿਹੜੇ ਮੌਕ ਟੈਸਟ ਹੁੰਦੇ ਨੇ, ਉਹਨਾਂ ਦੇ ਸਰਪ੍ਰਾਈਜ਼ਿੰਗ ਮੌਕ ਟੈਸਟ ਹੁੰਦੇ ਨੇ, ਠੀਕ ਹੈ। ਜਿਹੜੇ ਸਾਡੇ ਟੀਚਰ ਨੇ, ਸਾਡੀ ਰਿਕੁਆਇਰਮੈਂਟ ਹੈ ਪਹਿਲਾਂ ਤਾਂ ਸਾਡਾ ਇੱਕ ਟੈਸਟ ਸਿਸਟਮ ਹੁੰਦਾ, ਇੱਕ ਟੈਸਟ ਰਿਟਨ ਟੈਸਟ ਲੈਣੇ ਟੀਚਰਸ ਦਾ, ਗ੍ਰਾਮੈਟੀਕਲ ਸਟਰੋਂਗ ਟੀਚਰ ਹੁੰਦੇ ਨੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕਿ ਇੱਕ ਆਪਣਾ ਇੰਟਰਵਿਊ ਹੁੰਦਾ, ਫਿਰ ਬਠਿੰਡਾ ਬ੍ਰਾਂਚ ਤੋਂ ਇੰਟਰਵਿਊ ਹੁੰਦਾ। ਫਿਰ ਅਸੀਂ ਟੀਚਰ ਨੂੰ ਪੂਰਾ ਉਹ ਕਹਿੰਦੇ ਹੁੰਦੇ ਵੀ 3 ਟਾਈਮਸ ਫਿਲਟਰ ਕਰਕੇ ਟੀਚਰ ਨੂੰ ਅਸੀਂ ਹਾਇਰ ਕਰਦੇ ਹਾਂ, ਜਿਹੜੇ ਕਿ ਮਿਨੀਮਮ 7 ਬੈਂਡ ਹੁੰਦੇ ਨੇ ਅਤੇ ਪਲੱਸ ਉਹਨਾਂ ਕੋਲ 1 ਜਾਂ 2 ਈਅਰ ਮਿਨੀਮਮ ਐਕਸਪੀਰੀਅੰਸ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਟੀਚਰ ਨੇ ਪੜ੍ਹਾਉਣਾ ਹੁੰਦਾ, ਟੀਚਰਸ ਵਧੀਆ ਹਾਇਰ ਕਰਕੇ ਅਸੀਂ ਫਿਰ ਉਹਨਾਂ ਦੇ ਇੱਕ ਬੱਚਾ ਜਦੋਂ ਸਾਡੇ ਕੋਲ ਪਹਿਲੇ ਦਿਨ ਆਉਂਦਾ ਹੈ, ਠੀਕ ਹੈ। ਪਹਿਲੀ ਗੱਲ ਤਾਂ ਸਾਡਾ ਇੱਥੇ ਸਮੋਲ ਬੈਚ ਸਾਈਜ਼ ਹੈ ਜੀ। ਜੇ ਹੋਰ ਇੰਸਟੀਚਿਊਟ ਤੁਸੀਂ ਜਾਓਗੇ 35 40 ਸਟੂਡੈਂਟਸ ਬੈਠੇ ਹੁੰਦੇ ਨੇ, ਬਟ ਸਾਡੇ ਇੰਸਟੀਚਿਊਟ ਜੇ ਤੁਸੀਂ ਵਿਜ਼ਿਟ ਕਰੋਗੇ ਨੋਟ ਮੋਰ ਦੈਨ 15-20 ਸਟੂਡੈਂਟਸ ਇਨ ਏ ਕਲਾਸ, ਠੀਕ ਹੈ। ਤਾਂ ਅਸੀਂ ਇੱਕ ਉਹਨਾਂ ਨੂੰ ਟੀਚਰ ਨੂੰ ਕਾਉਂਸਲਿੰਗ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਵੀ ਆਪਾਂ ਇੱਕ ਇੰਡੀਵਿਜੂਅਲੀ ਤੁਹਾਨੂੰ ਬੱਚੇ ਦੀ ਰਿਪੋਰਟ ਪਤਾ ਹੋਣੀ ਚਾਹੀਦੀ ਹੈ ਵੀ ਆਕਾ 1 ਮਹੀਨੇ 'ਚ ਉਹਨੂੰ ਆਪਾਂ ਰੀਡਿੰਗ, ਲਿਸਨਿੰਗ, ਰਾਈਟਿੰਗ ਕਰਾਈ, ਵੈਦਰ ਉਹਦਾ ਵੀ 1 ਮਹੀਨੇ ਦੇ ਬਾਅਦ ਉਹਦਾ ਲੈਵਲ ਇਨਕਰੀਜ਼ ਹੋਇਆ ਕਿ ਨਹੀਂ ਹੋਇਆ। ਸੋ ਇੰਡੀਵਿਜੂਅਲ ਟੈਂਸ਼ਨ ਨਾਲ ਅਸੀਂ ਬਹੁਤ ਜ਼ਿਆਦਾ ਫੋਕਸ ਕਰਦੇ ਹਾਂ, ਮੌਕ ਟੈਸਟ ਬੱਚਿਆਂ ਨੂੰ ਕਰਵਾਉਂਦੇ ਹਾਂ ਅਤੇ ਅਸੀਂ ਉਸ ਤੋਂ ਬਾਅਦ ਐਕਸਟਰਾ ਕਲਾਸਿਸ ਡਿਜ਼ਾਈਨ ਕੀਤੀਆਂ ਹੋਈਆਂ, ਜਿਵੇਂ ਕਿ ਤੁਸੀਂ ਅਲੱਗ-ਅਲੱਗ ਮਿਸਕੀ ਸਿਟੀਜ਼ ਦੇ ਵਿੱਚ ਜਾਓਗੇ, ਫਰੀਦਕੋਟ, ਬਠਿੰਡਾ ਜਾਓਗੇ, ਉੱਥੇ ਉਹਨਾਂ ਨੇ ਕੀ ਕੀਤਾ ਹੋਇਆ ਹੈ, ਉਹਨਾਂ ਨੇ ਆਪਣਾ ਅਲੱਗ-ਅਲੱਗ ਐਕਸਰਸਾਈਜ਼ਾਂ ਬਣਾਈਆਂ ਹੋਈਆਂ। ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਬੱਚਾ ਆਇਆ, ਉਸਦੇ ਬੈਂਡ ਉਹਨੇ 3 ਟਾਈਮਸ 4 ਟਾਈਮਸ ਐਗਜ਼ਾਮ ਦੇ ਲਿਆ ਸੀ, ਪੰਜਾਬ ਲੈਵਲ ਬੈਕਗਰਾਊਂਡ ਉਹਦਾ ਸੀ ਪੰਜਾਬ ਬੋਰਡ ਤੋਂ। ਸੋ ਉਸਦੇ ਬੈਂਡ ਨਹੀਂ ਆ ਰਹੇ ਸੀਗੇ, 5.5 ਬੈਂਡ ਹੀ ਆ ਰਹੇ ਸੀ ਆਫਟਰ ਗਿਵਿੰਗ 3 ਟਾਈਮਸ ਐਗਜ਼ਾਮ। ਸੋ ਅਸੀਂ ਕੀ ਕੀਤਾ, ਉਹਨੂੰ ਐਨਾਲਾਈਜ਼ ਕੀਤਾ, ਉਹਦੇ ਘੱਟੋ ਘੱਟ 5 ਜਾਂ 6 ਟੈਸਟ ਦਿੱਤੇ ਅਲੱਗ-ਅਲੱਗ ਐਕਸਰਸਾਈਜ਼ ਦੇ। ਫਸਟ ਐਕਸਰਸਾਈਜ਼ ਸੀ ਸਾਡੀ ਰਾਈਟਿੰਗ ਟੈਸਟ, ਜਿਵੇਂ ਕਿ ਰਾਈਟਿੰਗ ਦੇ ਵਿੱਚ ਉਹਦੀ ਸਪੈਲਿੰਗ ਟੈਸਟ ਲਿਆ ਸੀ, ਠੀਕ ਹੈ। ਬਸ ਉਸ ਤੋਂ ਬਾਅਦ ਅਸੀਂ ਉਸਦਾ ਪ੍ਰੋਨਾਊਂਸੀਏਸ਼ਨ ਟੈਸਟ ਅਲੱਗ ਲਿਆ, ਠੀਕ ਹੈ। ਤਾਂ ਰੀਡਿੰਗ ਵਰਕਸ਼ੀਟ ਕਰਾਈ ਉਹਨੂੰ, ਜਿਵੇਂ ਕਿ ਟਰੂ ਫਾਲਸ ਹੁੰਦੇ ਨੇ ਆਪਣਾ ਟਰੂ ਫਾਲਸ ਦੇ ਵਿੱਚ ਉਸਦੇ ਆਪਾਂ ਉਹਨੂੰ ਇੱਕ ਵਰਕਸ਼ੀਟ ਉਹਦੀ ਕਰਾਈ, 40 ਕੁਐਸਚਨ ਸਿਰਫ ਟਰੂ ਫਾਲਸ ਦੇ ਕਰਾਏ ਉਹਨੂੰ। ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਉਹ ਕਿਹੜੀ ਉਹਦੀ ਸੈਗਮੈਂਟ 'ਚ ਵੀਕ ਹੈ। ਸੋ ਅਸੀਂ ਐਨਾਲਾਈਜ਼ ਕੀ ਕੀਤਾ, ਬੱਚਾ ਸਪੈਲਿੰਗ ਟੈਸਟ ਉਹਦੀ ਰਾਈਟਿੰਗ ਬਹੁਤ ਜ਼ਿਆਦਾ ਵਧੀਆ ਸੀਗੀ, ਨੋ ਡਾਊਟ ਇੰਸਟੀਚਿਊਟ ਨੇ ਉਹਨੂੰ ਗਰੋ ਕਰਤਾ ਸੀ ਰਾਈਟਿੰਗ ਲਿਖਣ 'ਚ, ਬਟ ਉਹਨਾਂ ਨੇ ਉਹਨੂੰ ਐਕਸਰਸਾਈਜ਼ ਦੇ ਵਿੱਚ ਇਹ ਨਹੀਂ ਚੈੱਕ ਕੀਤਾ ਵੀ ਉਹਦੇ ਸਪੈਲਿੰਗ ਮਿਸਟੇਕਸ ਇੰਨੀ ਵਾਰ ਆ ਰਹੇ ਹੈ। ਸੋ ਬੱਚਾ ਸਾਡੇ ਕੋਲ ਆਊਟ ਆਫ 40 ਸਿਰਫ ਉਹਦੇ 10 ਮਾਰਕਸ ਆਏ, ਸਪੈਲਿੰਗ ਬਹੁਤ ਜ਼ਿਆਦਾ ਗਲਤ ਲਿਖਦਾ ਹੈ, ਕਿਉਂਕਿ ਉਹ ਪੰਜਾਬ ਬੋਰਡ ਦਾ ਬੱਚਾ ਸੀ, ਉਹ ਉੱਥੇ ਉਹਨਾਂ ਨੂੰ ਨਹੀਂ ਟੀਚ ਕੀਤਾ ਜਾਂਦਾ ਵੀ ਸਪੈਲਿੰਗ ਦੀ ਐਕਸਰਸਾਈਜ਼ ਬਾਰੇ। ਸੋ ਅਸੀਂ ਉਹਨੂੰ 1 ਮੰਥ ਆਪਣੇ ਕੋਲ ਲਵਾਇਆ, ਉਹਨੂੰ ਸਪੈਲਿੰਗ ਐਕਸਰਸਾਈਜ਼ ਕਰਾਏ, ਪ੍ਰੋਨਾਊਂਸੀਏਸ਼ਨ ਐਕਸਰਸਾਈਜ਼ ਕਰਾਈਆਂ, ਜਿਵੇਂ ਕਿ ਕਿਊ ਕਾਰਡ ਦੇ ਵਿੱਚ 2 ਮਿੰਟ ਆਪਾਂ ਐਕਸਪਲੇਨ ਕਰਨਾ ਹੁੰਦਾ। ਕਿਊ ਕਾਰਡ ਨੂੰ ਅਸੀਂ ਬੱਚੇ ਨੂੰ ਇੱਥੇ ਇੱਕ ਟੌਪਿਕ ਦਿੰਦੇ ਹਾਂ ਅਤੇ 4 ਮਿੰਟ ਉਹਨੂੰ ਕਹਿੰਦੇ ਬੋਲੋ ਤੁਸੀਂ। ਅਸੀਂ ਬੱਚੇ ਨੂੰ 4 ਮਿੰਟ 'ਤੇ ਟ੍ਰੇਨ ਕਰਦੇ ਹਾਂ ਤਾਂ ਕਿ 2 ਮਿੰਟਸ ਇਜ਼ ਨੋਟ ਏ ਬਿਗ ਚੈਲੰਜ ਫॉर ਏ ਚਾਈਲਡ, ਠੀਕ ਹੈ। ਤਾਂ ਉਹਨੂੰ 2 ਮਿੰਟਸ 'ਤੇ ਬੋਲਣਾ ਕਿਊ ਕਾਰਡ ਦੇ ਵਿੱਚ
ਤੇ ਵਿਦ ਹੈਲਪ ਆਫ ਈਡੀਅਮਸ ਅਸੀਂ ਅਲੱਗ ਸਿਖਾਉਂਦੇ ਹਾਂ ਉਹਨੂੰ, ਮੀਨਸ ਕਿ ਬਹੁਤ ਈਜ਼ੀ ਲੱਗਦਾ ਫਿਰ। ਸੋ ਇਦਾਂ ਦੇ ਡਿਫਰੈਂਟ ਟਾਸਕ ਅਸੀਂ ਡਿਜ਼ਾਈਨ ਕੀਤੇ ਹੋਏ ਨੇ ਟੈਕਨੀਕਲੀ, ਤਾਂ ਕਿ ਬੱਚਾ ਇੱਥੇ ਆ ਕੇ ਸਿਰਫ ਟੈਸਟਿੰਗ ਸਿਸਟਮ ਨਹੀਂ ਹੈਗਾ ਸਾਡਾ, ਬੱਚਾ ਵੀ ਆ ਕੇ ਸੈਕਿੰਡ ਗੱਲ ਹੈ ਸਾਡਾ ਇੱਕ ਗ੍ਰਾਫ ਬਣਾਇਆ ਹੋਇਆ 1 ਤੋਂ 30 ਡੇਜ਼ ਦਾ ਉਹਦਾ ਗ੍ਰਾਫ ਬੱਚੇ ਦਾ ਅਸੀਂ ਰੀਡਿੰਗ, ਲਿਸਨਿੰਗ, ਰਾਈਟਿੰਗ ਤੇ ਸਪੀਕਿੰਗ ਦੇ ਸਕੋਰ ਡੇਲੀ ਨੋਟ ਡਾਊਨ ਕਰਦੇ ਹਾਂ ਟੀਚਰਸ। ਤੇ 1 ਮੰਥ ਦੇ ਬਾਅਦ ਮੀਟਿੰਗ ਹੁੰਦੀ ਹੈ ਪੇਰੈਂਟ ਟੀਚਰ ਮੀਟਿੰਗ, ਜਿਹਦੇ ਵਿੱਚ ਅਸੀਂ ਦਿਖਾਉਂਦੇ ਹਾਂ ਵੀ ਉਹਦੇ ਵਾਕਈ ਸਕੋਰਸ ਮੀਨਸ ਕਿ ਇਨਕਰੀਜ਼ ਹੋ ਰਹੇ ਆ ਕਿ ਨਹੀਂ ਹੋ ਰਹੇ। ਸੋ ਉਸ 'ਚ ਉਹਨੂੰ ਪਤਾ ਲੱਗਦਾ ਹੈ ਵੀ ਮੈਂ ਮਹੀਨੇ 'ਚ ਇਹ ਕੀਤਾ। ਤੇ ਸੈਕੰਡਲੀ ਉਹਦਾ ਟੈਸਟਿੰਗ ਸਿਸਟਮ ਨਹੀਂ ਅਸੀਂ ਕਰਦੇ ਡੇਲੀ ਐਕਸਟਰਾ ਕਲਾਸਿਸ ਜ਼ਿਆਦਾ ਤੋਂ ਜ਼ਿਆਦਾ ਕਰਦੇ ਹਾਂ, ਕਿਉਂਕਿ ਪੰਜਾਬ ਲੈਵਲ ਜਿਹੜੇ ਬੋਰਡ ਦੇ ਬੱਚੇ ਆ ਉਹਨਾਂ ਨੂੰ ਰੈਦਰ ਦੈਨ ਆਪਾਂ ਹੁਣ 1 ਘੰਟੇ ਦਾ ਟੈਸਟ ਲਈ ਜਾਂਦੇ ਬੱਚੇ ਨੂੰ ਕੁਝ ਸਿਖਾ ਰਹੇ ਨਹੀਂ ਕਿ ਰੀਡਿੰਗ ਦਾ, ਲਿਸਨਿੰਗ ਦਾ, ਬਟ ਅਸੀਂ ਉਹਨੂੰ ਟੈਸਟ ਵੀ ਲੈਂਦੇ ਹਾਂ, ਬਟ ਉਹਨੂੰ ਐਕਸਟਰਾ ਕਲਾਸ ਨਾਲ ਲਗਾਉਂਦੇ ਹਾਂ, ਲਿਸਨਿੰਗ ਦੀ ਟਰਾਂਸਕ੍ਰਿਪਟਸ ਨਾਲ ਕਰਾਉਂਦੇ ਹਾਂ ਬੱਚੇ ਨੂੰ, ਤਾਂ ਕਿ ਉਹਨੂੰ ਪਤਾ ਲੱਗੇ ਵੀ ਮੈਂ ਜਿਹੜਾ ਲਿਸਨਿੰਗ ਹੈ ਗਲਤ ਸੁਣ ਰਿਹਾ, ਐਕਚੁਅਲ 'ਚ ਉਹਦਾ ਮੀਨਿੰਗ ਆਹ ਹੈ। ਰੀਡਿੰਗ ਦੇ ਇੰਡੀਵਿਜੂਅਲ ਟਾਈਪ ਦੀ ਅਸੀਂ ਵਰਕਸ਼ੀਟ ਕਰਾਉਂਦੇ ਹਾਂ ਬੱਚੇ ਨੂੰ, ਤਾਂ ਕਿ ਉਹਦਾ ਡਾਊਟ ਹੋਲਡ ਬਣਿਆ ਰਹੇ। ਫੋਰ ਐਗਜ਼ਾਮਪਲ ਟਰੂ ਫਾਲਸ ਦੇ ਬੱਚੇ ਮਿਕਸ ਟੈਸਟ ਦੇ ਵਿੱਚ ਸਿਰਫ 4-5 ਕੁਐਸਚਨ ਸੋਲਵ ਕਰਦੇ ਨੇ, ਬਟ ਆਪਣੇ ਕੋਲ ਜਦੋਂ ਆਉਂਦੇ ਆਪਾਂ 40-40 ਕੁਐਸਚਨਸ ਇੱਕ ਪਰਟੀਕੂਲਰ ਟਾਈਪ ਦੇ ਟਰੂ ਫਾਲਸ ਦੇ ਸੋਲਵ ਕਰਾਉਂਦੇ ਨੇ, ਤਾਂ ਕਿ ਉਹਨਾਂ ਦਾ ਹੋਲਡ ਬਣ ਜਾਂਦਾ ਉਸ 'ਤੇ ਟਰੂ ਫਾਲਸ ਦੇ ਉੱਤੇ, ਫਿਰ ਉਹਨਾਂ ਨੂੰ ਕੌਨਫੀਡੈਂਸ ਗੇਨ ਹੋ ਜਾਂਦਾ। ਸਪੀਕਿੰਗ ਦੀ ਜੇ ਗੱਲ ਕਰੀਏ ਆਪਾਂ, ਸਪੀਕਿੰਗ ਦੀ ਉਹਨਾਂ ਦੀ 2 ਮਿੰਟਸ ਦੀ ਜਗ੍ਹਾ 4 ਮਿੰਟਸ 'ਚ ਅਸੀਂ ਟ੍ਰੇਨ ਕਰਦੇ ਨੇ ਬੱਚੇ ਨੂੰ, ਤੇ ਈਡੀਅਮਸ ਉਹਨਾਂ ਨੂੰ ਅਲੱਗ ਕਰਾਏ ਜਾਂਦੇ ਨੇ, ਸਿਨੋਨਿਮਸ ਕਰਾਏ ਜਾਂਦੇ ਨੇ ਉਹਨਾਂ ਨੂੰ, ਠੀਕ ਹੈ। ਤੇ ਰਾਈਟਿੰਗ ਦੀ ਗੱਲ ਕਰੀਏ, ਰਾਈਟਿੰਗ ਸਾਡੇ ਕੋਲ LED ਡਿਜ਼ਾਈਨਡ LED ਇੰਸਟਾਲਡ ਨੇ ਕਲਾਸਰੂਮ ਦੇ ਵਿੱਚ, ਉਹਨਾਂ ਨੂੰ ਦੱਸਿਆ ਜਾਂਦਾ ਟਾਸਕ 1 ਤੇ ਟਾਸਕ 2। ਦੇਰ ਇਜ਼ ਏ ਕੰਡੀਸ਼ਨ ਫॉर ਟੀਚਰ ਨੇ ਘੱਟੋ ਘੱਟ ਉਹਨਾਂ ਨੂੰ ਜਿਹੜਾ ਨਵਾਂ ਬੈਚ ਹੈ ਉਹਨੂੰ ਮੋਰ ਦੈਨ ਮੀਨਸ ਕਿ ਪੌਣਾ ਘੰਟਾ ਉਹਨੇ ਸਮਝਾਉਣਾ ਆਪਣਾ। ਟੀਚਰ ਨੇ ਇੱਕ ਰਾਈਟਿੰਗ ਟਾਸਕ ਨੂੰ ਪੌਣਾ ਘੰਟਾ ਸਮਝਾਉਣਾ, ਟਾਸਕ 2 ਨੂੰ, ਤੇ 1 ਟਾਸਕ ਨੂੰ ਉਹਨੇ ਅੱਧਾ ਘੰਟਾ ਐਕਸਪਲੇਨ ਕਰਨਾ ਬੱਚੇ ਨੂੰ, ਤਾਂ ਕਿ ਉਹਦੀ ਗ੍ਰੈਸਪਿੰਗ ਪਾਵਰ ਸਟਾਰਟਿੰਗ 'ਤੇ ਇਨਕਰੀਜ਼ ਹੋ ਚੁੱਕੇ। ਸੋ ਇਹ ਡਿਫਰੈਂਟ ਕਨਸੈਪਟ ਲੈ ਕੇ ਅਸੀਂ ਬਿਹਾਰ 'ਚ ਉਤਰੇ ਹਾਂ, ਜਿਹੜੇ ਕਿ ਜੇ ਤੁਸੀਂ ਬੱਚਾ ਉੱਥੇ ਜਾਂਦਾ ਹੈ ਬਠਿੰਡਾ, ਫਰੀਦਕੋਟ 'ਚ ਜਾਂਦਾ, ਇਹੀ ਫੀਸ ਬੱਚੇ ਉਹਨਾਂ ਨੇ ਨੋਟ ਲੈਸ ਦੈਨ 10,000 ਰੁਪਈਆ ਨਹੀਂ ਲੈਂਦੇ, ਬਟ ਆਪਾਂ ਆਹੀ ਉਹਨੂੰ ਸਿਰਫ 6,000 ਦੇ ਵਿੱਚ ਸਾਰੀ ਫੈਸਿਲਿਟੀਜ਼ ਦੇ ਰਹੇ ਹਾਂ ਇੱਥੇ ਬਾਘਾ ਪੁਰਾਣਾ 'ਚ। ਸੁਮਨ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੂੰ ਪਹਿਲਾਂ ਤੁਸੀਂ ਕਾਉਂਸਲ ਕਰਦੇ ਹੋ ਵੀ ਇੱਥੇ ਕੋਈ ਮੋਬਾਈਲ ਯੂਜ਼ ਨਹੀਂ ਹੈ, ਕੋਈ ਇਹ ਨਹੀਂ ਹੈ, ਗਸਪਸ ਨਹੀਂ ਹੈ, ਸਿਰਫ ਤੇ ਸਿਰਫ ਪੜ੍ਹਾਈ ਹੈਗੀ ਆ, ਔਰ ਤੁਸੀਂ ਖੁਦ ਇਸ ਚੀਜ਼ 'ਤੇ ਬਹੁਤ ਜ਼ਿਆਦਾ ਨਿਗਾਹ ਰੱਖਦੇ ਹੋ? ਹਾਂਜੀ, ਆਪਣਾ ਜਿਹੜਾ ਹੈਗਾ ਵੀ ਟੀਚਰਸ ਦੇ ਉੱਤੇ ਅਸੀਂ ਕਾਉਂਸਲਿੰਗ ਕੀਤੀ ਜਾਂਦੀ ਹੈ। ਪਹਿਲਾਂ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਪਹਿਲਾਂ ਆਪਾਂ ਜੇ ਖੁਦ ਫੋਨ ਆਪਣੇ ਸਬਮਿਟ ਕਰਾਵਾਂਗੇ ਰਿਸੈਪਸ਼ਨ 'ਤੇ, ਫਿਰ ਹੀ ਬੱਚਿਆਂ ਨੂੰ ਇੱਕ ਮੋਟੀਵੇਸ਼ਨ ਮਿਲਦੀ ਹੈ। ਬੱਚੇ ਫਿਰ ਆਪਣਾ ਫੋਨਸ ਯੂਜ਼ ਨਹੀਂ ਕਰਦੇ, ਕਿਉਂਕਿ ਇਸ ਜੋ ਕਿ ਸਟਾਰਟਿੰਗ ਟੀਨਏਜਰ ਹੁੰਦੀ ਹੈ ਬੱਚੇ ਦੀ, ਬੱਚੇ ਨੂੰ ਰਿਸਟ੍ਰਿਕਸ਼ਨ ਪੁਆਇੰਟਸ ਬਹੁਤ ਹੁੰਦੇ ਨੇ। ਫੋਰ ਐਗਜ਼ਾਮਪਲ ਅੱਜ ਕੱਲ੍ਹ ਦਾ ਸਮਾਰਟਫੋਨਸ ਹੋ ਗਏ, ਬੱਚਿਆਂ ਨੂੰ ਬੁਰੀ ਸੰਗਤ ਹੋ ਗਈ, ਇਹ ਸਾਰੀਆਂ ਤੋਂ ਚੀਜ਼ਾਂ ਨੂੰ ਪਹਿਲਾਂ ਬੱਚਿਆਂ ਨੂੰ ਤੇ ਟੀਚਰ ਨੂੰ ਸਿਖਾਇਆ ਜਾਂਦਾ ਪਹਿਲਾਂ ਵੀ ਉਹਨਾਂ ਨੂੰ ਆਪਾਂ ਪਹਿਲਾਂ ਮਾਈਂਡ ਕਾਉਂਸਲਿੰਗ ਕਿਵੇਂ ਕਰਨਾ, ਉਹਨਾਂ ਨੂੰ ਪੋਜ਼ਿਟਿਵ ਜ਼ੋਨ ਦੇ ਵਿੱਚ ਕਿਵੇਂ ਲੈ ਕੇ ਆਉਣਾ, ਕਿਉਂਕਿ ਉਹਨਾਂ ਨੂੰ ਦੱਸਿਆ ਜਾਂਦਾ ਵੀ ਇਹ ਡਿਸਟਰੈਕਸ਼ਨ ਪੁਆਇੰਟਸ ਹੈ, ਤੁਸੀਂ ਇਹਨਾਂ ਤੋਂ ਦੂਰ ਰਹਿਣਾ, ਤਾਂ ਕਿ ਆਪਣਾ ਕਰੀਅਰ ਨੂੰ ਤੁਸੀਂ ਘੱਟ ਟਾਈਮ ਦੇ ਵਿੱਚ ਬਣਾ ਸਕਦੇ ਹੋ। ਫਿਰ ਉਸ ਤੋਂ ਬਾਅਦ ਟੀਚਰਸ ਦੀ ਕਾਉਂਸਲਿੰਗ ਅਲੱਗ ਹੁੰਦੀ ਹੈ, ਹਰ ਵੀਕ ਟੀਚਰਸ ਦੀ ਮੀਟਿੰਗ ਹੁੰਦੀ ਹੈ, ਕ੍ਰੋਸ ਚੈਕਿੰਗ ਹੁੰਦੀ ਹੈ, ਉਹਨਾਂ ਨੂੰ ਪੋਜ਼ਿਟਿਵ ਵੇ ਨਾਲ ਦੱਸਿਆ ਜਾਂਦਾ ਵੀ ਕਿਵੇਂ ਆਪਣਾ ਟੀਚਿੰਗ 'ਚ ਕੀ ਗਲਤੀਆਂ ਨੇ, ਸਾਰਾ ਕੁਝ ਐਕਸਪਲੇਨ ਕੀਤਾ ਜਾਂਦਾ, ਟੀਚਿੰਗ ਦੇ ਬਾਰੇ, ਮੋਟੀਵੇਸ਼ਨ ਦੇ ਬਾਰੇ, ਪਰਸਨੈਲਿਟੀ ਡਿਵੈਲਪਮੈਂਟ ਦੇ ਵੀ ਕਲਾਸਿਸ ਹੁੰਦੀਆਂ। ਸੋ ਓਵਰਆਲ ਬੱਚੇ ਦੀ ਆਪਾਂ ਡਿਵੈਲਪਮੈਂਟ ਕਰਕੇ ਭੇਜਦੇ ਹਾਂ। ਸੁਮਨ ਜੀ, ਕੀ ਕਹਿਣਾ ਚਾਹੋਗੇ ਕਿ ਤੁਸੀਂ ਪਹਿਲਾਂ ਸਟਾਰਟਿੰਗ ਆਈਲੈਟਸ ਤੋਂ ਕੀਤੀ ਆ, PT ਦੀ ਵੀ ਜਿੱਦਾਂ ਬਹੁਤ ਜ਼ਿਆਦਾ ਇਨਕੁਆਇਰੀਜ਼ ਆ ਰਹੀਆਂ, ਆਉਣ ਵਾਲੇ ਸਮੇਂ 'ਚ PT ਵੀ ਇੱਥੇ, ਔਰ ਸਟੱਡੀ ਵੀਜ਼ਾ ਦੇ ਲਈ ਵੀ ਤੁਸੀਂ, ਕਿਉਂਕਿ ਕਾਫੀ ਕੰਪਨੀਜ਼ ਆ ਜਿਹੜੀਆਂ ਬਾਹਰਲੇ ICSER ਦੇ ਮੈਂਬਰ ਆ, ਬਹੁਤ ਤੁਹਾਨੂੰ ਅਪਰੋਚ ਕਰ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਇਸ ਇੱਕ ਛੱਤ ਦੇ ਥੱਲੇ ਸਾਰੀਆਂ ਜਿਹੜੀਆਂ ਸੇਵਾਵਾਂ ਲੋਕਾਂ ਨੂੰ ਉਪਲਬਧ ਹੋਣਗੀਆਂ। ਹਾਂਜੀ, ਅਸੀਂ ਜਿਵੇਂ ਕਿ ਵਿਦਿਨ 1 ਮੰਥ ਅਸੀਂ PT ਵੀ ਓਪਨ ਕਰਨ ਜਾ ਰਹੇ ਹਾਂ। ਕੀ ਹੈ ਕਿ ਜਿਵੇਂ ਕੈਨੇਡਾ ਦੇ ਸਾਰੇ ਕਾਲਜਿਸ ਨੇ ਹੁਣ PT ਨੂੰ ਅਸੈਪਟ ਕਰਨ ਲੱਗੇ ਨੇ, ਆਸਟ੍ਰੇਲੀਆ ਦਾ ਪਹਿਲਾਂ ਹੀ PT ਨੂੰ ਅਸੈਪਟ ਕਰ ਰਹੇ ਸੀਗੇ, ਅਤੇ ਕੈਨੇਡਾ ਵੀ ਹੁਣ ਅਸੈਪਟ ਕਰਨ ਲੱਗੇ। ਤਾਂ ਅਸੀਂ PT ਇੱਕ ਵਧੀਆ ਵੈਲ ਡਿਜ਼ਾਈਨਡ ਲੈਬ ਬਣਾ ਰਹੇ ਹਾਂ ਇੱਥੇ, ਜਿਹਦੇ ਵਿੱਚ ਬੱਚਿਆਂ ਨੂੰ ਸਾਰੀ ਫੈਸਿਲਿਟੀਜ਼ ਹੈ। ਫੋਰ ਐਗਜ਼ਾਮਪਲ IELTS, PT, ਇਮੀਗ੍ਰੇਸ਼ਨ ਦਾ ਕੰਮ ਵੀ ਸਾਡਾ ਓਬਵੀਅਸਲੀ ਚੱਲ ਰਿਹਾ, ਅਤੇ ਸਾਰੀ ਆਲ ਫੈਸਿਲਿਟੀਜ਼ ਅੰਡਰ ਵਨ ਰੂਫ ਅਸੀਂ ਦੇਵਾਂਗੇ ਬੱਚਿਆਂ ਨੂੰ ਆਉਣ ਵਾਲੇ 1 ਮੰਥ 'ਚ। ਥੈਂਕ ਯੂ ਜੀ। ਥੈਂਕ ਯੂ। ਸਭ ਤੋਂ ਪਹਿਲਾਂ ਫਰੰਟ ਆਫਿਸ 'ਤੇ ਜਿਹੜੇ ਮੈਡਮ ਬੈਠਦੇ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਹਾਂ। ਮੈਡਮ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਮੈਡਮ, ਕੀ ਕਹਿਣਾ ਚਾਹੋਗੇ ਕਿ ਫਰੰਟ ਆਫਿਸ ਜਦੋਂ ਵੀ ਪੇਰੈਂਟਸ ਆਉਂਦੇ ਆ, ਬੱਚੇ ਦਾ ਜਿਹੜਾ ਮੈਂਟਲ ਸਟੇਟਸ ਹੈਗਾ ਥੋੜ੍ਹਾ ਜਿਹਾ ਘਬਰਾਇਆ ਜਿਹਾ ਹੁੰਦਾ, ਉਹਨੂੰ ਇੱਦਾਂ ਲੱਗਦਾ ਹੁੰਦਾ ਕਿ ਮੈਂ ਆਈਲੈਟਸ ਕਰਨਾ ਹੈਗਾ, ਪਤਾ ਨਹੀਂ ਕਿੱਦਾਂ ਦਾ ਸਿਸਟਮ ਹੋਊਗਾ, ਤੁਸੀਂ ਉਹਨਾਂ ਨੂੰ ਕਾਉਂਸਲ ਕਰਦੇ ਹੋ ਵੀ ਇਸ ਸਥਾਨ ਦੇ ਉੱਪਰ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਕਿਸੇ ਵਰੀ ਦੀ ਲੋੜ ਨਹੀਂ ਹੈ, ਅਸੀਂ ਆਪਣੇ ਆਪ, ਤੁਸੀਂ ਬਸ ਇੱਥੇ ਪੜ੍ਹਨਾ ਹੀ ਹੈ, ਆਪਦਾ ਦਿਲ ਲਗਾ ਕੇ ਮੁੜ ਕੇ ਸਾਰੀ ਜ਼ਿੰਮੇਵਾਰੀ ਸਾਡੀ ਹੈ। ਹਾਂਜੀ, ਸ਼ੋਰਲੀ ਬਿਕੋਜ਼ ਇੱਥੇ ਨੰਬਰ ਆਫ ਪੇਰੈਂਟਸ ਆਉਂਦੇ ਆ, ਲਾਈਕ ਡਿਫਰੈਂਟ ਟਾਈਪ ਆਫ ਦੇ ਸਟੂਡੈਂਟ ਆਉਂਦੇ ਆ। ਕਈ ਸਟੂਡੈਂਟ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੇ ਪਹਿਲਾਂ ਐਗਜ਼ਾਮ ਦਿੱਤਾ ਹੁੰਦਾ, ਬਟ ਕਈ ਸਟੂਡੈਂਟ ਇੱਦਾਂ ਦੇ ਹੁੰਦੇ ਆ ਜਿਹੜੇ ਬਿਲਕੁਲ ਫਰੈਸ਼ਰ ਹੁੰਦੇ ਨੇ। ਸੋ ਕਈ ਸਟੂਡੈਂਟਸ ਜਿਹੜੇ ਫਸਟ ਟਾਈਮ ਨਹੀਂ ਕਲੀਅਰ ਕਰ ਪਾਉਂਦੇ, ਸੋ ਦੂਸਰਿਆਂ ਲਈ ਨਾ ਇਹ ਡਰ ਬਣ ਜਾਂਦਾ ਵੀ ਸ਼ਾਇਦ ਆਇਲਸ ਇੱਕ ਬਹੁਤ ਵੱਡਾ ਐਗਜ਼ਾਮ ਆ ਜਿਹੜਾ ਸਾਡੇ ਤੋਂ ਨਹੀਂ ਕਲੀਅਰ ਹੋਵੇਗਾ। ਬਟ ਸਾਡੇ ਕੋਲ ਇੱਕ ਬਹੁਤ ਜ਼ਿਆਦਾ ਵਧੀਆ ਫੈਸਿਲਿਟੀਜ਼ ਨੇ ਇੱਥੇ, ਬਹੁਤ ਜ਼ਿਆਦਾ ਵੈਲ ਐਜੂਕੇਟਿਡ ਟੀਚਰਸ ਨੇ, ਜਿਹੜੇ ਸਾਡੇ ਇੱਥੋਂ ਦੇ ਡਾਇਰੈਕਟਰ ਨੇ ਉਹ ਹੈਗੇ ਸੁਮਿਲ ਸਰ। ਸੋ ਲਾਈਕ ਉਹਨਾਂ ਕੋਲ ਬਹੁਤ ਵਧੀਆ ਨੌਲੇਜ ਆ। ਮੈਂ ਵੀ ਜਦੋਂ ਫਸਟ ਡੇ ਇੱਥੇ ਆਈ ਸੀ, ਮੇਰੇ ਕੋਲ
ਜੌਬ ਦਾ ਐਕਸਪੀਰੀਅੰਸ ਨਹੀਂ ਸੀਗਾ, ਬਟ ਸਰ ਵੀ ਸਰ ਨੇ ਮੈਨੂੰ ਚਾਂਸ ਦਿੱਤਾ ਵੀ ਤੁਸੀਂ ਜੌਬ ਕਰੋ, ਆਪਦਾ ਐਕਸਪੀਰੀਅੰਸ ਬਣਾਓ। ਸੋ ਮੈਨੂੰ ਹੁਣ ਕਈ ਸਕਿੱਲਸ ਹੈਗੀਆਂ ਇੱਦਾਂ ਦੀਆਂ ਜਿਨ੍ਹਾਂ ਵਿੱਚ ਨਹੀਂ ਨੌਲੇਜ, ਸੋ ਮੈਂ ਸਰ ਤੋਂ ਲੈਂਦੀ ਹਾਂ। ਸਰ ਕੋਲ ਬਹੁਤ ਜ਼ਿਆਦਾ ਵਧੀਆ ਨੌਲੇਜ ਆ। ਸੋ ਇੰਸਟੀਟਿਊਟ ਨੂੰ ਕਿੱਦਾਂ ਆਪਾਂ ਡਿਵੈਲਪ ਕਰਨਾ, ਇੱਥੇ ਕਿਹੜੀ ਚੀਜ਼ ਦੀ ਕਮੀ ਆ, ਸਰ ਨੂੰ ਬਹੁਤ ਵਧੀਆ ਤਰੀਕੇ ਨਾਲ ਪਤਾ, ਤੇ ਅਸੀਂ ਉੱਤੇ ਬਹੁਤ ਫਿਰ ਵਰਕ ਹਾਰਡ ਕਰਦੇ ਹਾਂ। ਸੋ ਦੈਟਸ ਵਾਈ, ਤਾਂ ਕਿ ਉਹਨੂੰ ਕੀ ਆ ਸੁਧਾਰਿਆ ਜਾ ਸਕੇ। ਬੇਟਾ ਜਿੱਦਾਂ ਤੁਸੀਂ ਬੜੇ ਈ ਜ਼ੋਨ 'ਚ ਲੈ ਕੇ ਬੱਚਿਆਂ ਨੂੰ ਪੜ੍ਹਾ ਰਹੇ ਹੋ, ਕੀ ਕਹਿਣਾ ਚਾਹੋਗੇ ਕਿ ਸਿਨੈਰੀਓ ਜਿਹੜਾ ਅੱਜ ਦਾ ਜਿਸ ਦੇ ਵਿੱਚ ਬੱਚੇ ਬਾਹਰ ਜਾ ਰਹੇ ਨੇ ਔਰ ਆਈਲੈਟਸ ਕਰ ਰਹੇ ਨੇ, ਤੁਸੀਂ ਕੇਵਲ ਇੱਥੇ ਆਈਲੈਟਸ ਹੀ ਨਹੀਂ ਬਲਕਿ ਉਹਨਾਂ ਨੂੰ ਨਾਲ ਨਾਲ ਪਰਸਨੈਲਿਟੀ ਡਿਵੈਲਪਮੈਂਟ, ਮਾਈਂਡ ਸੈਟਅਪ ਹਰ ਚੀਜ਼ ਦੇ ਵਿੱਚ ਪਰਿਪੱਕ ਕਰ ਦਿੰਦੇ ਹੋ? ਹਾਂਜੀ ਸਰ, ਦੇਖਿਆ ਜਾਵੇ ਤਾਂ ਅੱਜ ਕੱਲ੍ਹ ਬੱਚੇ ਮੋਸਟਲੀ ਕੀ ਹੈ ਹੈ ਨਾ, ਔਨਲਾਈਨ ਚੀਜ਼ਾਂ ਨੂੰ ਪ੍ਰੈਫਰ ਕਰਦੇ ਆ ਨਾ, ਔਨਲਾਈਨ ਪੜ੍ਹਦੇ ਆ, ਜਾਂ ਆਇਲਸ ਦੇ ਵੀ ਬਹੁਤ ਜ਼ਿਆਦਾ ਹਰ ਇੱਕ ਮੋਡਿਊਲ ਦੀਆਂ ਵੀਡੀਓਜ਼ ਆ ਜਿਹੜੀਆਂ ਉਹ ਔਨਲਾਈਨ ਹੈ ਨਾ YouTube 'ਤੇ ਅਵੇਲੇਬਲ ਆ। ਬਟ ਇੱਥੇ ਜੇ ਅਸੀਂ ਦੇਖੀਏ ਤਾਂ ਸਾਡੇ ਸੈਂਟਰ 'ਚ ਯੂਨੀਕ ਗੱਲ ਇਹ ਆ ਵੀ ਜੇ ਬੱਚਿਆਂ ਨੂੰ ਕਿਸੇ ਵੀ ਚੀਜ਼ 'ਚ ਡਾਊਟ ਹੈ ਉਹ ਹੱਦ ਤੋਂ ਵੱਧ ਵਾਰੀ ਪੁੱਛ ਸਕਦੇ ਆ। ਜਦੋਂ ਵੀ ਉਹ ਪੁੱਛਦੇ ਆ ਅਸੀਂ ਦੱਸਦੇ ਹਾਂ। ਅਪਾਰਟ ਫਰੋਮ ਦਿਸ, ਸਭ ਤੋਂ ਯੂਨੀਕ ਗੱਲ ਸਾਡੇ ਸੈਂਟਰ ਦੀ ਇਹ ਆ ਵੀ ਜੇ ਬੱਚਿਆਂ ਨੂੰ, ਜੋ ਬੱਚੇ ਕੀ ਹੈ YouTube 'ਤੇ ਵੀਡੀਓਜ਼ ਦੇਖਦੇ ਆ ਹੈ ਨਾ, ਉਹਨਾਂ ਨੂੰ ਲੱਗਦਾ ਵੀ YouTube 'ਤੇ ਜ਼ਿਆਦਾ ਬੈਟਰ ਆ, ਸਾਡੇ ਟੀਚਰ ਨੇ ਸਮਝਾਇਆ ਉਹ ਵੀ ਚੀਜ਼ ਵਧੀਆ ਵਾ। ਬਟ ਸਾਡੇ ਇੱਥੇ ਤੁਸੀਂ ਦੇਖ ਸਕਦੇ ਹੋ LED ਵੀ ਕਲਾਸ ਵਿੱਚ ਪ੍ਰੋਵਾਈਡਡ ਹੈ, ਠੀਕ ਹੈ। ਤਾਂ ਜੋ ਵੀ ਉਹ ਬੱਚੇ ਵੀਡੀਓਜ਼ ਦੇਖਦੇ ਆ ਕਿਸੇ ਵੀ ਮੋਡਿਊਲ ਦੀ, ਤਾਂ ਉਹ ਅਸੀਂ ਇੱਥੇ ਵੀ ਬੱਚਿਆਂ ਨੂੰ ਦਿਖਾਉਂਦੇ ਹਾਂ। ਉਹਨਾਂ ਨੂੰ ਕਹਿੰਦੇ ਤੁਸੀਂ ਘਰੋਂ ਵੀ ਦੇਖੋ, ਫਿਰ ਉਹ ਜਿਹੜੀ ਘਰੋਂ ਵੀ ਕੰਮ ਕਰਕੇ ਹੁੰਦੇ ਆ ਜਾਂ ਵੀਡੀਓ ਦੇਖਦੇ ਆ, ਉਹ ਫਿਰ ਮੈਂ ਨੈਕਸਟ ਡੇ ਕਲਾਸ ਵਿੱਚ ਵੀ ਬੱਚਿਆਂ ਤੋਂ ਪੁੱਛਦੀ ਵੀ ਉਹਦੇ ਵਿੱਚ ਮੇਨ ਟੌਪਿਕ ਤੁਸੀਂ ਕੀ ਸਿੱਖਿਆ ਹੈ ਨਾ, ਕਿਹੜੇ ਟੌਪਿਕ 'ਤੇ ਗੱਲ ਹੋਈ ਹੈ, ਕਿਹੜੀ ਚੀਜ਼ ਉਹਦੇ 'ਚ ਡਿਫਰੈਂਟ ਲੱਗੀ ਜੋ ਮੈਨੂੰ ਨਹੀਂ ਪਤਾ। ਤਾਂ ਉਹ ਚੀਜ਼ ਇਸ ਕਰਕੇ ਬੱਚਿਆਂ ਨਾਲ ਸਾਡੀ ਕਮਿਊਨੀਕੇਸ਼ਨ ਬਹੁਤ ਵਧੀਆ ਵਾ, ਅਤੇ ਬੱਚੇ ਵੀ ਸਾਡੇ ਬਹੁਤ ਵਧੀਆ ਵਾ। ਮੈਡਮ ਕੀ ਕਹਿਣਾ ਚਾਹੋਗੇ ਕਿ ਇਹ ਤੁਸੀਂ ਇਕੱਲਾ ਬੱਚਿਆਂ ਨੂੰ ਨਹੀਂ ਪੜ੍ਹਾ ਰਹੇ, ਵੀ ਆਪਾਂ ਨੂੰ ਪੜ੍ਹਾ ਰਹੇ ਨੇ, ਜਿਸ ਤਰੀਕੇ ਦੇ ਨਾਲ ਅੱਜ ਮਾਡਰਨ ਏਰਾ ਦੇ ਨਾਲ ਅਟੈਚ ਨੇ, ਹਰ ਚੀਜ਼ ਇਹਨਾਂ ਦੀ ਨੌਲੇਜ ਹੈਗੀ ਆਪਦੀ, ਔਰ ਇਹ ਵੀ ਹਰ ਚੀਜ਼ ਦੇ ਵਿੱਚ ਤੁਹਾਨੂੰ ਮਤਲਬ ਕ੍ਰਾਸ ਕੁਐਸਚਨਿੰਗ ਜਿਹੜੀ ਹੈਗੀ ਬੱਚਿਆਂ ਦੀ ਹੈਗੀ ਆ, ਔਰ ਬੱਚੇ ਵੀ ਬੜੇ ਮਤਲਬ ਇੰਟੈਲੀਜੈਂਟਲੀ ਪਹਿਲਾਂ ਹੀ ਪੜ੍ਹ ਕੇ ਆਉਂਦੇ ਨੇ, ਪਹਿਲਾਂ ਹੀ ਉਹਨਾਂ ਦਾ ਮਾਈਂਡ ਸੈਟਅਪ ਹੁੰਦਾ। WhatsApp ਗਰੁੱਪ ਜਿੱਦਾਂ ਤੁਸੀਂ ਬਣਾਏ ਹੋਏ ਨੇ, ਜਿੱਦਾਂ ਮਿਰਰ ਦੇ ਸਾਹਮਣੇ ਤੁਸੀਂ ਕਹਿੰਦੇ ਭਾਈ ਇੰਗਲਿਸ਼ ਬੋਲਣੀ ਹੈਗੀ ਆ, ਇਹ ਆਪਦੇ ਮਿਰਰ ਦੇ ਸਾਹਮਣੇ ਖੜ੍ਹ ਕੇ ਇੰਗਲਿਸ਼ ਬੋਲ ਕੇ ਪੂਰੇ ਪਰਿਪੱਕ ਹੋ ਜਾਂਦੇ। ਹਾਂਜੀ, ਉਹ ਚੀਜ਼ ਹੈਗੀ ਆ। ਮੈਂ ਬੱਚਿਆਂ ਨੂੰ ਤਾਂ ਸਾਡੇ ਆਲਰੇਡੀ WhatsApp ਗਰੁੱਪ ਬਣਿਆ ਹੋਇਆ, ਕੋਈ ਵੀ ਇਹਨਾਂ ਨੂੰ ਡਾਊਟ ਹੁੰਦਾ ਮੈਂ ਕਹਿ ਦਿੰਦੀ ਹਾਂ ਆਪਣੀ ਸਿਰਫ ਸੈਂਟਰ ਟਾਈਮਿੰਗ ਨਹੀਂ ਗੀ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਘਰ ਜਾਂਦੇ ਹੋ, ਉਦੋਂ ਤੁਸੀਂ ਸਟੱਡੀ ਕਰਦੇ ਹੋ, ਉਦੋਂ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਐਟ ਏ ਟਾਈਮ ਕਾਲ ਕਰ ਸਕਦੇ ਹੋ, ਹੈ ਨਾ। ਤਾਂ ਇਹ ਚੀਜ਼ ਬਹੁਤ ਵਧੀਆ ਵਾ ਵੀ ਇੱਕ ਇਹਦਾ ਐਡਵਾਂਟੇਜ ਵੀ ਹੈ ਇੰਟਰਨੈਟ ਦੀ, ਹੈ ਨਾ, ਵੀ ਆਪਾਂ ਜਦੋਂ ਮਰਜ਼ੀ ਆਪਦੇ ਟੀਚਰ ਨਾਲ ਗੱਲਬਾਤ ਵੀ ਕਰ ਸਕਦੇ, ਕੋਈ ਡਾਊਟ ਆਊਟ ਡਿਸਕਸ ਕਰ ਸਕਦੇ ਹਾਂ। ਬਟ ਮੇਰੇ ਅਕੋਰਡਿੰਗਲੀ ਜੋ ਆਫਲਾਈਨ ਟੀਚਰ ਟੀਚ ਕਰਵਾਉਂਦਾ ਹੈ ਉਹ ਔਨਲਾਈਨ ਨਹੀਂ ਹੋ ਸਕਦਾ, ਕਿਉਂਕਿ ਆਫਲਾਈਨ ਬੱਚਾ ਐਟ ਏ ਟਾਈਮ ਡਾਊਟ ਪੁੱਛ ਸਕਦਾ। ਫਸਟਲੀ ਮਾਈ ਨੇਮ ਇਜ਼ ਬਬਲਜੀਤ ਕੌਰ। ਮੈਨੂੰ ਇੱਥੇ ਬਹੁਤ ਚੰਗਾ ਲੱਗ ਰਿਹਾ। ਇੱਥੇ ਬਹੁਤ ਸਾਰੇ ਜਿਹੜੇ ਟੈਲੈਂਟਡ ਟੀਚਰ ਆ, ਸਾਨੂੰ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਏ, ਅਤੇ ਹੋਰ ਵੀ ਇੱਥੇ ਮਤਲਬ ਸਾਰੀ ਜਿਹੜੀਆਂ ਸਹੂਲਤਾਂ ਹੈ ਉਹ ਪ੍ਰੋਵਾਈਡ ਆ। ਮਾਈ ਨੇਮ ਇਜ਼ ਲਵਪ੍ਰੀਤ ਕੌਰ ਐਂਡ ਮੈਂ ਪੂਰੀ ਸੈਟਿਸਫਾਈਡ ਹਾਂ ਇੱਥੇ ਜੋ ਵੀ ਰਿਜ਼ਲਟਸ ਮਿਲ ਰਹੇ ਆ ਸਾਨੂੰ ਦੇਖਣ ਨੂੰ। ਵਧੀਆ ਟੀਚਿੰਗ ਸਟਾਫ ਆ, ਅਤੇ ਜੋ ਵੀ ਮਤਲਬ ਜਿਵੇਂ ਅੱਜ ਤੱਕ ਅਸੀਂ ਕਲਾਸਿਸ ਲਗਾਈਆਂ ਉਹਦੇ ਵਿੱਚ ਸਾਨੂੰ ਕੋਈ ਡਾਊਟ ਨਹੀਂ। ਜੇ ਕੋਈ ਡਾਊਟ ਹੁੰਦਾ ਤਾਂ ਅਸੀਂ ਨਾਲ ਦੀ ਨਾਲ ਟੀਚਰਸ ਸਾਨੂੰ ਹੈਲਪ ਕਰਦੇ ਆ ਉਸ ਚੀਜ਼ ਨੂੰ, ਸਾਡੇ ਡਾਊਟ ਨੂੰ ਦੂਰ ਕਰਨ ਦੇ ਲਈ। ਐਂਡ ਟੀਚਰਸ ਆਲ ਟਾਈਮ ਸਾਨੂੰ ਬੋਲਦੇ ਆ ਵੀ ਜੇ ਤੁਹਾਨੂੰ ਵੀ ਕੋਈ ਡਾਊਟ ਆ ਜਾਂ ਤੁਹਾਨੂੰ ਕੋਈ ਅੰਡਰਸਟੈਂਡਿੰਗ ਨਹੀਂ ਹੋ ਰਹੀ, ਸਾਨੂੰ ਪੁੱਛੋ, ਅਸੀਂ ਤੁਹਾਡੀ ਹੈਲਪ ਕਰਾਂਗੇ। ਮਾਈ ਨੇਮ ਇਜ਼ ਸਿਮਰਪਾਲ ਕੌਰ ਐਂਡ ਇੱਥੇ ਮੈਨੂੰ ਸਟਾਫ ਬਹੁਤ ਵਧੀਆ ਲੱਗਦਾ ਐਂਡ ਟੀਚਿੰਗ ਵੀ ਇੱਥੇ ਬਹੁਤ ਵਧੀਆ ਕਰਵਾਈ ਜਾਂਦੀ ਆ। ਇੱਥੇ ਐਕਸਟਰਾ ਕਲਾਸ ਵੀ ਪ੍ਰੋਵਾਈਡ ਕਰਵਾਈ ਜਾਂਦੀ ਹੈ। ਜੋ ਵੀ ਬੱਚਿਆਂ ਦੇ ਗ੍ਰਾਮਰ ਇਸ਼ੂ ਹੁੰਦੇ ਆ, ਓਬਵੀਅਸਲੀ ਜਦੋਂ ਆਪਾਂ ਰਾਈਟਿੰਗ ਕਰਦੇ ਹਾਂ ਕਈ ਵਾਰ ਉਹਦੇ ਵਿੱਚ ਗ੍ਰਾਮਰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਰਕੇ ਇੱਥੇ ਐਕਸਟਰਾ ਕਲਾਸ ਪ੍ਰੋਵਾਈਡਰ ਕਰਵਾਈ ਜਾਂਦੀ ਹੈ। ਮਾਈ ਨੇਮ ਇਜ਼ ਪ੍ਰਿਆ ਸ਼ਰਮਾ। ਇੱਥੇ ਰੈਗੂਲਰਲੀ ਟੈਸਟ ਹੁੰਦੇ ਆ, ਸੈਚਰਡੇ ਮੋਕ ਟੈਸਟ ਹੁੰਦਾ, ਉੱਦਾਂ ਵੈਸੇ ਰੈਗੂਲਰਲੀ ਟੈਸਟ ਹੁੰਦੇ ਆ। ਸਰ ਇੱਥੇ ਐਕਸਟਰਾ ਕਲਾਸਿਸ ਲੱਗਦੀਆਂ, ਐਕਸਟਰਾ ਵਰਕ ਕਰਵਾਇਆ ਜਾਂਦਾ, ਅਤੇ ਸਾਰੇ ਟੀਚਰਸ ਬਹੁਤ ਵਧੀਆ, ਸਾਰਾ ਬਹੁਤ ਵਧੀਆ ਕੰਮ ਕਰਵਾਉਂਦੇ। ਮਾਈ ਨੇਮ ਇਜ਼ ਹਰਪ੍ਰੀਤ ਕੌਰ। ਮੇਰੀ ਫਰੈਂਡ ਇੱਥੇ ਲੱਗੀ ਸੀ, ਕਹਿੰਦੀ ਇੱਥੇ ਬਹੁਤ ਵਧੀਆ ਟੀਚਰ ਆ, ਐਂਡ ਮੈਨੂੰ ਵੀ ਬਹੁਤ ਵਧੀਆ ਲੱਗਿਆ ਇਹ ਸੁਣ ਕੇ, ਅਤੇ ਇਸ ਲਈ ਮੈਂ ਇੱਥੇ ਲੱਗਣਾ ਚਾਹੁੰਦੀ ਹਾਂ। ਅਤੇ ਇੱਥੇ ਮੈਨੂੰ ਬਹੁਤ ਵਧੀਆ ਮੈਡਮ ਪੜ੍ਹਾਉਂਦੇ ਸੀ। ਅੱਜ ਫਸਟ ਡੇ ਸੀ ਤੇ ਪਹਿਲੇ ਦਿਨ ਤੁਹਾਨੂੰ ਲੱਗਿਆ ਵੀ ਉਹ ਗੱਲਾਂ ਸਹੀ ਹੈ? ਤੇ ਮੈਂ ਹਾਂਜੀ, ਮੈਮ ਨੇ ਪੜ੍ਹਾਇਆ ਸੀ, ਬਹੁਤ ਵਧੀਆ ਲੱਗਿਆ ਮੈਨੂੰ ਜਿਸ ਤਰ੍ਹਾਂ ਬੋਲਦੇ ਪੱਕੀ ਹੋ ਗਈ ਐਡਮਿਸ਼ਨ ਤੇਰੀ? ਹਾਂਜੀ, ਪੱਕੀ ਹੋ ਗਈ ਆ। ਮਾਈ ਸੈਲਫ ਅਮਨਵੀਰ ਕੌਰ ਐਂਡ ਮੈਂ ਇੱਥੇ ਬਹੁਤ ਟਾਈਮ ਤੋਂ ਕਲਾਸਾਂ ਲਗਾ ਰਹੀ ਹਾਂ, ਅਤੇ ਮੈਂ ਦੇਖਿਆ ਇੱਥੇ ਪੂਰਾ ਸਟਾਫ ਜਿਹੜਾ ਫੈਸਿਲਿਟੀ ਵਾ ਬਹੁਤ ਵਧੀਆ ਪ੍ਰੋਵਾਈਡ ਕਰਦੇ ਪਏ ਆ। ਇੱਥੇ ਐਕਸਟਰਾ ਬੂਸਟਰ ਕਲਾਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਰ ਇੱਕ ਟਾਈਪ ਦੀ ਕੋਰਸਿਸ ਨੂੰ ਲੈ ਕੇ। ਸੋ ਬਹੁਤ ਵਧੀਆ ਸੈਂਟਰ ਹੈ, ਮੈਂ ਰეკਮੈਂਡ ਕਰਾਂਗੇ ਇੱਥੇ ਲੱਗੋ। ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਇੱਥੇ ਲੱਗ ਕੇ। ਔਰ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ? ਮਹੀਨਾ ਹੋ ਗਿਆ ਮੈਨੂੰ ਤਾਂ 3 ਮੰਥਸ ਹੋ ਗਏ। 3 ਮੰਥਸ ਤੁਹਾਨੂੰ ਲੱਗ ਰਿਹਾ ਕਿ ਕਾਫੀ ਮਤਲਬ ਮੇਰਾ ਜਿਹੜੇ ਫੰਡੇ ਕਲੀਅਰ ਹੋਏ ਆ, ਔਰ ਮੈਨੂੰ ਗ੍ਰਾਮਰ ਦਾ, ਇੰਗਲਿਸ਼ ਸਪੀਕਿੰਗ ਦਾ ਕਾਫੀ ਮੈਨੂੰ ਹੋਇਆ। ਮੇਰੀ ਗ੍ਰਾਮਰ ਅਤੇ ਮੇਰੀ ਇੰਗਲਿਸ਼ ਬਹੁਤ ਇੰਪਰੂਵਮੈਂਟ ਹੋਈ ਹੈ ਇੱਥੇ ਲੱਗ ਕੇ, ਅਤੇ ਮੇਰੇ ਬਹੁਤ ਸਾਰੇ ਜਿਹੜੇ ਡਿਫੀਕਲਟ ਹੁੰਦੇ ਆ ਨਾ ਇਸ਼ੂ, ਉਹ ਸਾਰੇ ਨੋਰਮਲੀ ਕਲੀਅਰ ਹੋ ਜਾਂਦੇ ਈਜ਼ੀਲੀ।
ਔਰ ਤਾਂ ਲੱਗਦਾ ਕਿ ਮੇਰੇ ਬੈਂਡ ਜਿਹੜੇ ਨੇੜੇ ਆਏ ਗਏ ਹੁਣ, ਲੱਗਦਾ ਵੀ ਬੈਂਡ ਨੇੜੇ ਆ ਰਹੇ ਆ। ਕਾਫੀ। ਮਾਈ ਨੇਮ ਇਜ਼ ਪ੍ਰਿਆਸ ਕਾਲਰਾ। ਮੈਂ ਇੱਥੇ 2 ਮਹੀਨਿਆਂ ਤੋਂ ਲੱਗਿਆ ਹੋਇਆ ਅਤੇ ਇੱਥੇ ਬਹੁਤ ਵਧੀਆ ਟੀਚਰਸ ਨੇ। ਸਮੋਲ ਬੈਚ ਸਾਈਜ਼ ਗਰੁੱਪ ਹੈ ਇੱਥੇ, ਅਤੇ ਟੀਚਰ ਇੰਡੀਵਿਜੂਅਲ ਅਟੈਂਸ਼ਨ ਦਿੰਦੇ ਆ ਸਾਰਿਆਂ ਨੂੰ। ਫਾਈਨਲ ਤਾਂ ਸਰ ਕੈਨੇਡਾ ਜਾਣ ਦੇ ਪਲਾਨ ਕਰ ਰਹੇ ਹਾਂ। ਲੱਗਦਾ ਜਹਾਜ਼ ਦੇ ਨੇੜੇ ਆ ਗਏ। ਜਹਾਜ਼ 'ਚ ਜਾਵਾਂਗੇ ਜੇ ਬੈਂਡ ਆਏ ਤਾਂ ਸਰ ਮੋਸਟਲੀ ਮੈਨੂੰ ਲੱਗ ਰਿਹਾ ਕਿ ਬੈਂਡ ਆਉਣਗੇ, ਕਿਉਂਕਿ ਜਿਹੜੇ ਇੱਥੋਂ ਦੇ ਟੀਚਰ ਆ ਵੈਲ ਐਜੂਕੇਟਡ ਆ ਐਂਡ ਜੋ ਵੀ ਕੋਈ ਪ੍ਰੋਬਲਮ ਦੀ ਆ ਸੋਲਵ ਕਰ ਦਿੰਦੇ ਈਜ਼ੀਲੀ। ਔਰ ਅਮਰੀਕਨ ਸਕੂਲ ਦੇ ਜਿਹੜੇ ਡਾਇਰੈਕਟਰ ਨੇ ਜਿਨ੍ਹਾਂ ਦਾ ਮਾਈਂਡ ਹੈ ਕਿ ਮੈਂ ਇੱਕ ਇੰਜੀਨੀਅਰ ਹੈਗਾ ਔਰ ਮੈਂ ਆਪਣੇ ਬੱਚਿਆਂ ਨੂੰ ਵੀ ਉਹੀ ਟੈਲੈਂਟ ਦੇਣਾ ਹੈਗਾ, ਉਹਨਾਂ ਦੇ ਵਿੱਚ ਇੱਕ ਸਕਿੱਲ ਭਰਨਾ ਲੱਗਦਾ। ਹਾਂਜੀ, ਉਹ ਸਮ ਟਾਈਮ ਉਹ ਵੀ ਜਦੋਂ ਕੋਈ ਪ੍ਰੋਬਲਮ ਦਿਓ ਆ ਕੇ ਸੋਲਵ ਕਰਦੇ ਆ, ਉਹ ਵੀ ਟੀਚ ਕਰਵਾਉਂਦੇ ਆ ਕਿ ਗੁੱਡ ਆ। ਸਤਿ ਸ਼੍ਰੀ ਅਕਾਲ ਜੀ। My name is Manpreet Singh. I've been teaching here for 2-3 months and I am a full class teacher. So here students coming from various backgrounds. So firstly my responsibility is to judge all the students, their knowledge and what they have been learning in their school and from previous institute. So then I decide the student level, and according to the student I personally give my 100% for the improvement of the English. English is not just to write and to read, it's more than that. I think in multinational companies in this way, if students know very well English, they can get selected internationally. So ਇੰਗਲਿਸ਼ 'ਤੇ ਪੂਰਾ ਫੋਕਸ ਦਿਓ, ਇਸੇ ਹੀ ਨਾਲ ਅਸੀਂ ਆਪਣੇ ਭਵਿੱਖ ਵਿੱਚ ਤਰੱਕੀ ਕਰ ਸਕਦੇ ਹਾਂ। ਥੈਂਕ ਯੂ।